Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਤੁਹਾਡੀ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਵੈਲਕਮ ਟੂ ਦ ਸੈਸ਼ਨ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 16th ਚੈਪਟਰ 5th ਕਲਾਸ ਦੀ ਬੁੱਕ ਮਾਈ ਵਰਲਡ ਦਾ। ਤੇ ਇਸ ਚੈਪਟਰ ਦਾ ਨਾਮ ਹੈ ਕਮਿਊਨਿਟੀ ਐਂਡ ਕੰਫਰਟ, ਜਿਹਦਾ ਮਤਲਬ ਹੈ ਭਾਈਚਾਰਾ ਅਤੇ ਆਰਾਮ। ਆਓ ਪੜ੍ਹੀਏ। ਹਾਊਸ ਇਨ ਫੀਲਡਸ, ਖੇਤਾਂ ਵਿੱਚ ਘਰ ਬਣਾਇਆ ਹੋਇਆ, ਉਹਦੀ ਤਸਵੀਰ ਲਾਈ ਹੋਈ ਹੈ। Amandeep's house is in the fields quite far from the village. ਅਮਨਦੀਪ ਦਾ ਘਰ ਪਿੰਡ ਦੇ ਕਾਫੀ ਦੂਰ ਖੇਤਾਂ ਵਿੱਚ ਹੈ। Whereas his friend Harjeet's house is in the village. ਜਦਕਿ ਉਸਦੇ ਦੋਸਤ ਹਰਜੀਤ ਦਾ ਘਰ ਪਿੰਡ ਵਿੱਚ ਹੈ। Amandeep did not come to school for 2 days. ਅਮਨਦੀਪ 2 ਦਿਨਾਂ ਤੋਂ ਸਕੂਲ ਨਹੀਂ ਆਇਆ ਸੀ। ਹਰਜੀਤ felt sad without him. ਹਰਜੀਤ ਉਸ ਤੋਂ ਬਿਨਾਂ ਉਦਾਸ ਮਹਿਸੂਸ ਕਰ ਰਿਹਾ ਸੀ। Next day, when Amandeep came to school, Harjeet asked him why did he not come to school? ਤੇ ਅਗਲੇ ਦਿਨ ਜਦੋਂ ਅਮਨਦੀਪ ਸਕੂਲ ਆਇਆ ਤਾਂ ਹਰਜੀਤ ਨੇ ਉਸਨੂੰ ਪੁੱਛਿਆ ਕਿ ਉਹ ਸਕੂਲ ਕਿਉਂ ਨਹੀਂ ਆਇਆ ਸੀ 2 ਦਿਨਾਂ ਤੋਂ। Amandeep told him that his grandfather had expired. ਅਮਨਦੀਪ ਨੇ ਉਸਨੂੰ ਦੱਸਿਆ ਕਿ ਉਸਦੇ ਦਾਦਾ ਜੀ ਪੂਰੇ ਹੋ ਗਏ ਸਨ, so he could not come to school. ਇਸ ਲਈ ਉਹ ਸਕੂਲ ਨਹੀਂ ਆ ਸਕਿਆ। ਹਰਜੀਤ ਕਹਿੰਦਾ ਹੈ, was your grandfather ill? ਕੀ ਤੁਹਾਡੇ ਦਾਦਾ ਜੀ ਬਿਮਾਰ ਸਨ? ਅਮਨਦੀਪ, all of a sudden he fell sick on Thursday night. ਅਮਨਦੀਪ ਕਹਿੰਦਾ ਹੈ, ਵੀਰਵਾਰ ਰਾਤ ਅਚਾਨਕ ਉਹ ਬਿਮਾਰ ਹੋ ਗਏ। Our jeep broke down and we could not take him to the doctor at night. ਸਾਡੀ ਜੀਪ ਖਰਾਬ ਹੋ ਗਈ। broke down ਦਾ ਮਤਲਬ ਹੁੰਦਾ ਹੈ ਟੁੱਟ ਗਈ, ਇਹ ਨਹੀਂ। ਇਸ ਦਾ ਮਤਲਬ ਹੁੰਦਾ ਹੈ ਖਰਾਬ ਹੋ ਗਈ ਤੇ ਅਸੀਂ ਰਾਤ ਨੂੰ ਡਾਕਟਰ ਕੋਲ ਨਹੀਂ ਲੈ ਕੇ ਜਾ ਸਕੇ ਉਹਨਾਂ ਨੂੰ। Till morning he was serious. ਤੇ ਸਵੇਰ ਤੱਕ ਉਹ ਗੰਭੀਰ ਹਾਲਤ ਵਿੱਚ ਪਹੁੰਚ ਚੁੱਕੇ ਸਨ। We took him to the doctor also, but it was too late. ਅਸੀਂ ਉਹਨਾਂ ਨੂੰ ਡਾਕਟਰ ਕੋਲ ਵੀ ਲੈ ਗਏ ਸਨ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। He could not survive. ਉਹ ਬਚ ਨਾ ਸਕੇ। ਹਰਜੀਤ, had you taken him to the doctor at night, he would have recovered. ਜੇ ਤੁਸੀਂ ਉਹਨਾਂ ਨੂੰ ਰਾਤੀ ਹੀ ਡਾਕਟਰ ਕੋਲ ਲੈ ਜਾਂਦੇ ਤਾਂ ਉਹ ਠੀਕ ਹੋ ਜਾਂਦੇ। ਅਮਨਦੀਪ, yes, the doctor also told that we were late to bring him to the hospital. ਅਮਨਦੀਪ ਕਹਿੰਦਾ ਹੈ, ਹਾਂਜੀ, ਡਾਕਟਰ ਨੇ ਵੀ ਇਹੀ ਦੱਸਿਆ ਕਿ ਅਸੀਂ ਉਹਨਾਂ ਨੂੰ ਹਸਪਤਾਲ ਲਿਆਉਣ ਦੇ ਵਿੱਚ ਦੇਰ ਕਰ ਦਿੱਤੀ। ਹਰਜੀਤ, your house is far from the village. ਹਰਜੀਤ ਕਹਿੰਦਾ ਹੈ ਵੀ ਤੁਹਾਡਾ ਘਰ ਪਿੰਡ ਤੋਂ ਬਹੁਤ ਦੂਰ ਹੈ, so no one can reach immediately for your help. ਇਸ ਲਈ ਕੋਈ ਵੀ ਤੁਹਾਡੀ ਮਦਦ ਲਈ ਤੁਰੰਤ ਨਹੀਂ ਪਹੁੰਚ ਸਕਦਾ। When my uncle Taya ji suffered from a heart attack, Varinder uncle, our neighbor, took him immediately to the hospital. ਤੇ ਜਦੋਂ ਮੇਰੇ ਤਾਇਆ ਜੀ ਉਹਨਾਂ ਨੂੰ ਇੱਕ ਦਿਲ ਦਾ ਦੌਰਾ ਪਿਆ ਸੀ ਤਾਂ ਸਾਡੇ ਗੁਆਂਢੀ, ਜਿਨ੍ਹਾਂ ਦਾ ਨਾਮ ਹੈ ਵਰਿੰਦਰ ਅੰਕਲ, ਉਹ ਤੁਰੰਤ ਹੀ ਉਹਨਾਂ ਨੂੰ ਹਸਪਤਾਲ ਲੈ ਗਏ ਸਨ। In his own car and saved his life. ਤੇ ਉਹ ਆਪਣੀ ਗੱਡੀ ਵਿੱਚ ਹੀ ਬਿਠਾ ਕੇ ਲੈ ਗਏ ਸਨ ਤੇ ਉਹਨਾਂ ਨੇ ਉਹਨਾਂ ਦੀ ਜਾਨ ਬਚਾ ਲਈ, ਮੇਰੇ ਤਾਇਆ ਜੀ ਦੀ। Otherwise, we had no means to take him to the hospital. ਨਹੀਂ ਤਾਂ ਸਾਡੇ ਕੋਲ ਉਹਨਾਂ ਨੂੰ ਹਸਪਤਾਲ ਲੈ ਜਾਣ ਦੇ ਲਈ ਕੋਈ ਵੀ ਸਾਧਨ ਨਹੀਂ ਸੀ। ਅਮਨਦੀਪ, we always feel that we lack neighborhood. ਅਮਨਦੀਪ ਕਹਿੰਦਾ ਹੈ, ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਆਂਢ ਗੁਆਂਢ ਦੀ ਕਮੀ ਹੈ। I have no one to play or study with, as there are no houses nearby. ਮੇਰੇ ਕੋਲ ਖੇਡਣ ਜਾਂ ਪੜ੍ਹਨ ਲਈ ਕੋਈ ਨਹੀਂ ਹੈ, ਕਿਉਂਕਿ ਨੇੜੇ ਤੇੜੇ ਕੋਈ ਵੀ ਘਰ ਹੈਗੇ ਹੀ ਨਹੀਂ। On my birthday, only a few friends could reach my house. ਮੇਰੇ ਜਨਮ ਦਿਨ ਤੇ ਸਿਰਫ ਕੁਝ ਹੀ ਦੋਸਤ ਮੇਰੇ ਘਰ ਪਹੁੰਚ ਪਾਏ। ਹਰਜੀਤ, we really enjoy our neighborhood.
ਹਰਜੀਤ ਦੱਸਦਾ ਹੈ ਅਸੀਂ ਸੱਚਮੁੱਚ ਆਪਣੇ ਆਂਢ ਗੁਆਂਢ ਦਾ ਆਨੰਦ ਮਾਣਦੇ ਹਾਂ। Whenever there is any function in our lane, we all get together. ਜਦੋਂ ਵੀ ਸਾਡੀ ਗਲੀ ਦੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ। We celebrate all festivals together. ਅਸੀਂ ਸਾਰੇ ਤਿਉਹਾਰ ਵੀ ਇਕੱਠੇ ਮਨਾਉਂਦੇ ਹਾਂ। Once we spotted some suspicious people. All neighbors rounded up those people and took them to the police station. ਇੱਕ ਵਾਰ ਅਸੀਂ ਕੁਝ ਲੋਕਾਂ ਨੂੰ ਦੇਖਿਆ ਜੋ ਠੀਕ ਨਹੀਂ ਲੱਗ ਰਹੇ ਸੀ, ਉਹਨਾਂ ਤੇ ਸਾਨੂੰ ਸ਼ੱਕ ਹੋਇਆ ਤੇ ਸਾਰੇ ਗੁਆਂਢੀਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਘੇਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਲੈ ਗਏ। After the investigation, the police found that they were dangerous criminals who had come with the intention of theft. ਤੇ ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਉਹ ਖਤਰਨਾਕ ਅਪਰਾਧੀ ਸਨ ਜੋ ਚੋਰੀ ਦੀ ਨੀਅਤ ਦੇ ਨਾਲ ਇੱਥੇ ਆਏ ਸੀ। ਇੰਟੈਂਸ਼ਨ ਦਾ ਭਾਵ ਹੈ ਨੀਅਤ, ਥੈਫਟ ਚੋਰੀ। ਅਮਨਦੀਪ, sometimes my family also feels that living in the village among your own people is very beneficial. ਤੇ ਅਮਨਦੀਪ ਕਹਿੰਦਾ ਹੈ ਵੀ ਕਈ ਵਾਰ ਤਾਂ ਮੇਰੇ ਪਰਿਵਾਰ ਨੂੰ ਵੀ ਲੱਗਦਾ ਹੈ ਕਿ ਪਿੰਡ ਵਿੱਚ ਰਹਿ ਕੇ ਆਪਣੇ ਲੋਕਾਂ ਵਿੱਚ ਰਹਿ ਕੇ ਬਹੁਤ ਲਾਭਦਾਰ ਹੁੰਦਾ ਹੈ, ਵਧੀਆ ਹੁੰਦਾ ਹੈ। ਹਰਜੀਤ, why did you shift to the fields? ਤੇ ਹਰਜੀਤ ਕਹਿੰਦਾ ਹੈ ਵੀ ਤੁਸੀਂ ਖੇਤਾਂ ਵਿੱਚ ਕਿਉਂ ਚਲੇ ਗਏ ਰਹਿਣ ਦੇ ਲਈ? ਅਮਨਦੀਪ, actually our fields are quite far from the village. ਤੇ ਅਮਨਦੀਪ ਕਹਿੰਦਾ ਹੈ ਅਸਲ ਵਿੱਚ ਸਾਡੇ ਖੇਤ ਪਿੰਡ ਤੋਂ ਕਾਫੀ ਦੂਰ ਹਨ। Lot of time was wasted in coming and going and taking food to the fields. ਆਉਣ ਜਾਣ ਦੇ ਲਈ ਤੇ ਖੇਤਾਂ ਵਿੱਚ ਭੋਜਨ ਲੈ ਕੇ ਜਾਣ ਦੇ ਵਿੱਚ ਬਹੁਤ ਸਮਾਂ ਬਰਬਾਦ ਹੁੰਦਾ ਸੀ। So my father decided to build a house in the fields. ਇਸ ਲਈ ਮੇਰੇ ਪਿਤਾ ਜੀ ਨੇ ਖੇਤਾਂ ਵਿੱਚ ਹੀ ਘਰ ਬਣਾਉਣ ਦਾ ਫੈਸਲਾ ਕੀਤਾ। This made our work in the fields easy. ਤੇ ਇਸ ਨੇ ਖੇਤਾਂ ਵਿੱਚ ਕੰਮ ਕਰਨਾ ਆਸਾਨ ਬਣਾਤਾ। Man is a social animal and always stays together in cities, towns and villages. ਮਨੁੱਖ ਇੱਕ ਮਾਨਸਿਕ ਜਾਂ ਇੱਕ ਸੁਸਾਇਟੀ ਵਿੱਚ ਰਹਿਣ ਵਾਲਾ ਜਾਨਵਰ ਹੈ ਜੋ ਇਕੱਠਿਆਂ ਰਹਿੰਦਾ, ਬੇਸ਼ੱਕ ਸ਼ਹਿਰ ਹੋਣ, ਕਬੀਲੇ ਹੋਣ ਜਾਂ ਪਿੰਡ ਹੋਣ। The families staying in the neighborhood help each other in thick and thin. ਕਹਿਣ ਦਾ ਭਾਵ ਆਂਢ ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਦੁੱਖ ਸੁੱਖ ਦੇ ਵਿੱਚ ਸਾਡਾ ਸਾਥ ਦਿੰਦੇ ਨੇ। ਥਿਕ ਐਂਡ ਥਿਨ ਦਾ ਮਤਲਬ ਹੁੰਦਾ ਹੈ ਦੁੱਖ ਜਾਂ ਸੁੱਖ ਦੀ ਘੜੀ ਵਿੱਚ। Staying together gives the sense of security. ਤੇ ਇਕੱਠੇ ਰਹਿਣ ਦੇ ਨਾਲ ਸਾਨੂੰ ਸੁਰੱਖਿਅਤ ਹੋਣ ਦੀ ਭਾਵਨਾ ਮਹਿਸੂਸ ਹੁੰਦੀ ਹੈ। In a group we can face all dangers. ਤੇ ਇੱਕ ਸਮੂਹ ਵਿੱਚ ਅਸੀਂ ਸਾਰੇ ਖਤਰਿਆਂ ਦਾ ਸਾਹਮਣਾ ਕਰ ਸਕਦੇ ਹਾਂ। A common park is developed where elders can walk and children can play. ਇੱਕ ਸਾਂਝਾ ਪਾਰਕ ਵੀ ਤਿਆਰ ਕੀਤਾ ਗਿਆ ਜਿੱਥੇ ਬਜ਼ੁਰਗ ਸੈਰ ਕਰ ਸਕਦੇ ਨੇ ਤੇ ਬੱਚੇ ਖੇਡ ਸਕਦੇ ਨੇ। Community buildings are constructed for social functions and people staying in that particular society can use the building collectively. Community ਇਮਾਰਤਾਂ ਇੱਥੇ ਸਥਾਪਿਤ ਕੀਤੀਆਂ ਗਈਆਂ ਨੇ, ਬਣਾਈਆਂ ਗਈਆਂ ਨੇ ਤੇ ਉਹ ਵਿਸ਼ੇਸ਼ ਸਮਾਜ ਦੇ ਲੋਕ ਜੋ ਉੱਥੇ ਰਹਿੰਦੇ ਨੇ ਉਹ ਇਹਨਾਂ ਇਮਾਰਤਾਂ ਦੀ ਵਰਤੋਂ ਕਰ ਸਕਦੇ ਨੇ। Other facilities like school, hospital and clean drinking water can be provided only to a housing society. ਤੇ ਨਾਲ ਦੀ ਨਾਲ ਇੱਥੇ ਦੱਸਿਆ ਗਿਆ ਸਕੂਲ, ਹਸਪਤਾਲ ਤੇ ਪੀਣ ਵਾਲਾ ਸਾਫ਼ ਪਾਣੀ ਅਜਿਹੀਆਂ ਸਹੂਲਤਾਂ ਸਿਰਫ ਇੱਕ ਇਕੱਠੇ ਰਹਿਣ ਵਾਲੇ ਲੋਕਾਂ ਦੇ ਸਮੂਹ ਨੂੰ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਆਪਾਂ ਨਾਂ ਦੇਈਦਾ ਹਾਊਸਿੰਗ ਸੁਸਾਇਟੀ। Some people may stay far from the populated area for some particular reason, but security, social life, and other facilities could only be enjoyed living together in groups. ਤੇ ਇੱਥੇ ਦੱਸਿਆ ਗਿਆ ਵੀ ਕੁਝ ਲੋਕ ਹੋ ਸਕਦਾ ਹੈ ਦੂਰ ਰਹਿਣਾ ਪਸੰਦ ਕਰਦੇ ਹੋਣ ਕਿਸੇ ਖਾਸ ਕਾਰਨ ਕਰਕੇ, ਆਬਾਦੀ ਵਾਲੇ ਇਲਾਕੇ ਵਿੱਚ ਨਹੀਂ ਰਹਿਣਾ ਚਾਹੁੰਦੇ ਹਨ, ਪਰ ਸਿਕਿਉਰਿਟੀ ਜਿਹਨੂੰ ਆਪਾਂ ਸੁਰੱਖਿਆ ਕਹੀਦਾ ਹੈ
ਸਮਾਜਿਕ ਜੀਵਨ ਅਤੇ ਹੋਰ ਸਹੂਲਤਾਂ ਦਾ ਆਨੰਦ ਇਕੱਠੇ ਰਹਿ ਕੇ ਹੀ ਮਾਣਿਆ ਜਾ ਸਕਦਾ ਹੈ। ਇੱਥੇ ਕੁਐਸਚਨ ਦਿੱਤਾ ਹੋਇਆ ਹੈ, describe an incident when your neighbors helped you in a particular situation or you helped them। ਇੱਕ ਘਟਨਾ ਦਾ ਵਰਣਨ ਕਰੋ ਜਦੋਂ ਤੁਹਾਡੇ ਗੁਆਂਢੀਆਂ ਨੇ ਤੁਹਾਡੀ ਮਦਦ ਕੀਤੀ ਜਾਂ ਫਿਰ ਕਿਸੇ ਖਾਸ ਸਥਿਤੀ ਵਿੱਚ ਤੁਸੀਂ ਉਹਨਾਂ ਦੇ ਕੰਮ ਆਏ ਤੇ ਤੁਸੀਂ ਉਹਨਾਂ ਦੀ ਮਦਦ ਕੀਤੀ। ਮੈਂ ਇੱਥੇ ਲਿਖਿਆ ਹੈ, it always feels great to have good neighbors। ਚੰਗੇ ਗੁਆਂਢੀ ਹੋਣਾ ਇੱਕ ਵਧੀਆ ਅਹਿਸਾਸ ਹੈ। Experience of one such incident is when an old lady in our neighborhood who is addressed as Nani by all fell ill। ਤੇ ਅਜਿਹੀ ਇੱਕ ਘਟਨਾ ਉਹ ਇੰਜ ਹੋਈ ਸੀ ਕਿ ਸਾਡੇ ਗੁਆਂਢ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੇ ਨੇ ਜਿਨ੍ਹਾਂ ਨੂੰ ਸਾਰੇ ਰਲ ਕੇ ਨਾਨੀ ਕਹਿੰਦੇ ਨੇ, ਉਹ ਬਿਮਾਰ ਹੋ ਗਏ ਸਨ। As she lived all by herself, so there was nobody to take care of her। ਕਿਉਂਕਿ ਉਹ ਇਕੱਲੇ ਰਹਿੰਦੇ ਸੀ, ਇਸ ਕਰਕੇ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। As soon as my parents came to know about her situation, they called the doctor। ਜਦੋਂ ਹੀ ਮੇਰੇ ਘਰਦਿਆਂ ਨੂੰ ਉਹਨਾਂ ਦੀ ਹਾਲਤ ਬਾਰੇ ਪਤਾ ਚੱਲਿਆ, ਉਹਨਾਂ ਨੇ ਝੱਟ ਡਾਕਟਰ ਨੂੰ ਫੋਨ ਕਰਤਾ। On the advice of the doctor, they gave her medication and healthy food। ਤੇ ਡਾਕਟਰ ਦੀ ਸਲਾਹ ਤੇ ਉਹਨਾਂ ਨੇ ਉਹ ਬਜ਼ੁਰਗ ਔਰਤ ਨੂੰ ਜੋ ਸਾਡੇ ਗੁਆਂਢ ਦੇ ਵਿੱਚ ਰਹਿੰਦੇ ਸੀ ਦਵਾਈ ਤੇ ਸਿਹਤਮੰਦ ਭੋਜਨ ਦਿੱਤਾ। Soon her health recovered and she became fit to do her daily work। ਤੇ ਜਲਦ ਹੀ ਉਹਨਾਂ ਦੀ ਸਿਹਤ ਠੀਕ ਹੋ ਗਈ ਤੇ ਉਹ ਆਪਣਾ ਰੋਜ਼ਾਨਾ ਕੰਮ ਕਰਨ ਦੇ ਲਈ ਬਿਲਕੁਲ ਠੀਕ ਹੋ ਗਏ। ਦੂਜਾ ਪ੍ਰਸ਼ਨ ਹੈ, what are the benefits of staying in a society? ਸਮਾਜ ਵਿੱਚ ਰਹਿਣ ਦੇ ਕੀ ਫਾਇਦੇ ਨੇ? People feel safe when they stay together। ਜਦੋਂ ਲੋਕ ਇਕੱਠੇ ਰਹਿੰਦੇ ਨੇ ਤਾਂ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ। One can help each other in case of a problem ਜਾਂ need, enjoy social life and other facilities। ਜਦੋਂ ਕੋਈ ਸਮੱਸਿਆ ਜਾਂ ਲੋੜ ਹੁੰਦੀ ਹੈ ਉਸ ਸਥਿਤੀ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਤੇ ਨਾਲ ਦੀ ਨਾਲ ਸਮਾਜਿਕ ਜੀਵਨ ਤੇ ਹੋਰ ਸਹੂਲਤਾਂ ਦਾ ਵੀ ਆਨੰਦ ਮਾਣ ਸਕਦੇ ਨੇ। ਤੀਜਾ ਕੁਐਸਚਨ, among your neighbors, which family do you like the most and why? ਤੁਹਾਡੇ ਗੁਆਂਢੀਆਂ ਵਿੱਚੋਂ ਇੱਕ ਪਰਿਵਾਰ ਜੋ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗਦਾ ਹੈ ਜਾਂ ਪਸੰਦ ਹੈ ਉਹ ਕਿਹੜਾ ਹੈ ਅਤੇ ਕਿਉਂ? There is a couple in our society who are teachers। ਸਾਡੀ ਸੁਸਾਇਟੀ ਦੇ ਵਿੱਚ ਇੱਕ ਅਜਿਹਾ ਜੋੜਾ ਹੈ ਜੋ ਕਿ ਅਧਿਆਪਕਾਂ ਦਾ ਹੈ। They are always ready to help others and are very soft spoken। ਉਹ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦੇ ਹਨ ਅਤੇ ਬਹੁਤ ਪਿਆਰ ਨਾਲ ਬੋਲਦੇ ਨੇ। Not only do they help the poor kids, but also take classes for the children of the society free of cost। ਨਾ ਕੇਵਲ ਉਹ ਸਿਰਫ ਗਰੀਬਾਂ ਦੀ ਮਦਦ ਕਰਦੇ ਨੇ ਬਲਕਿ ਸਾਡੀ ਸੁਸਾਇਟੀ ਦੇ ਜਿਹੜੇ ਬੱਚੇ ਹੈਗੇ ਨੇ ਸਮਾਜ ਦੇ ਬੱਚਿਆਂ ਨੂੰ ਮੁਫਤ ਕਲਾਸਾਂ ਵੀ ਦਿੰਦੇ ਨੇ, ਪੜ੍ਹਾਉਂਦੇ ਵੀ ਨੇ। They are also involved in a lot of charitable activities। ਤੇ ਉਹ ਬਹੁਤ ਸਾਰੀਆਂ ਚੈਰੀਟੇਬਲ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈਗੇ ਨੇ ਜਿੱਥੇ ਆਪਣੇ ਮਨ ਹਿਸਾਬ ਉਹ ਲੋਕਾਂ ਨੂੰ ਦਾਨ ਵੀ ਦਿੰਦੇ ਨੇ। ਠੀਕ ਹੈ ਬੱਚਿਓ। Fourth question, name the community places in your locality and for what purpose are they used। ਆਪਣੇ ਇਲਾਕੇ ਦੇ ਵਿੱਚ ਕਿਹੜੀਆਂ ਸਥਾਨਾਂ ਨੇ ਜੋ ਲੋਕ ਸਾਰੇ ਇਕੱਠੇ ਰਲ ਕੇ ਇਸਤੇਮਾਲ ਕਰ ਸਕਦੇ ਨੇ ਤੇ ਉਹ ਕਿਸ ਕੰਮ ਆਉਂਦੀਆਂ ਨੇ ਉਹਨਾਂ ਦੀ ਇੱਕ ਸੂਚੀ ਬਣਾਓ। ਮੈਂ ਇੱਥੇ ਲਿਖਿਆ In my area there is a temple। ਮੇਰੇ ਇਲਾਕੇ ਦੇ ਵਿੱਚ ਇੱਕ ਮੰਦਿਰ ਹੈਗਾ, ਚਰਚ, ਗੁਰਦੁਆਰਾ, ਮੈਰਿਜ ਪੈਲੇਸ ਜਿੱਥੇ ਵਿਆਹ ਹੁੰਦੇ ਨੇ, ਬੈਂਕ, ਪਾਰਕ, ਸਕੂਲ, ਹਸਪੀਟਲ, ਪੋਸਟ ਆਫਿਸ, ਫਾਇਰ ਸਟੇਸ਼ਨ, ਸੁਪਰਮਾਰਕੀਟ, ਵੱਡੀ ਜੀ ਮਾਰਕੀਟ ਜਿੱਥੇ ਸਭ ਕੁਝ ਮਿਲ ਜਾਂਦਾ ਹੈ, ਪੁਲਿਸ ਸਟੇਸ਼ਨ, ਸਿਨੇਮਾ ਜਿੱਥੇ ਮੂਵੀ ਦੇਖਣ ਜਾਂਦੇ ਨੇ, ਲਾਇਬ੍ਰੇਰੀ, ਰੈਸਟੋਰੈਂਟ, ਪੈਟ ਸ਼ਾਪ ਐਂਡ ਮੈਡੀਕਲ ਸੈਂਟਰ ਵੀ ਹੈਗਾ। ਹੁਣ ਤੁਹਾਨੂੰ ਪਤਾ ਹੀ ਹੋਏਗਾ ਇਹ ਸਾਰੇ ਕਿਸ ਕੰਮ ਆਉਂਦੇ ਨੇ। ਠੀਕ ਹੈ। Not only human beings but many insects also live in colonies। ਸਿਰਫ ਮਨੁੱਖ ਹੀ ਨਹੀਂ ਸਗੋਂ ਬਹੁਤ ਸਾਰੇ ਕੀੜੇ ਮਕੌੜੇ ਵੀ ਬਸਤੀਆਂ ਵਿੱਚ ਜਾਂ ਇਕੱਠੇ ਹੋ ਕੇ ਰਹਿੰਦੇ ਨੇ।
For example, honeybees, ants, termites, wasps, etc. ਜਿਵੇਂ ਕਿ ਸ਼ਹਿਦ ਵਾਲੀ ਮੱਖੀ ਹੋ ਗਈ, ਛੱਤੇ ਦੇ ਵਿੱਚ ਰਹਿੰਦੀ ਹੈ, ਕੀੜੀਆਂ ਹੋ ਗਈਆਂ, ਛੋਟੇ ਛੋਟੇ ਦੀਮਕ ਦੇ ਕੀੜੇ ਹੋ ਗਏ ਤੇ ਹੋਰ ਇਹ ਸਾਰੀਆਂ ਇਕੱਠੇ ਰਹਿੰਦੇ ਨੇ। In the hive of honeybees, 3 kinds of bees are found. A queen bee, some male drones and worker honeybees. ਜੇ ਆਪਾਂ ਸ਼ਹਿਦ ਦੀ ਮੱਖੀਆਂ ਦੇ ਛੱਤੇ ਦੀ ਗੱਲ ਕਰੀਏ ਤੇ ਇੱਥੇ 3 ਕਿਸਮ ਦੀਆਂ ਮੱਖੀਆਂ ਮਿਲਦੀਆਂ ਨੇ। ਇੱਕ ਰਾਣੀ ਮੱਖੀ, ਕੁਝ ਮਰਦ ਡਰੋਨ। ਇਹ ਜਿਹੜੀ ਮਰਦ ਡਰੋਨ ਮੱਖੀ ਹੁੰਦੀ ਹੈ ਜਾਂ ਮਰਦ ਵਾਲੀ ਮੱਖੀ ਹੁੰਦੀ ਹੈ ਮਧੂਮੱਖੀ, ਇਹ ਕੁਝ ਕੰਮ ਨਹੀਂ ਕਰਦੀ, ਇਹ ਮੁਫਤਖੋਰ ਹੁੰਦੀ ਹੈ, ਤਦੀ ਇਹਨਾਂ ਨੂੰ ਸਾਈਡ ਤੇ ਜ਼ਿਆਦਾ ਕੱਟ ਦਿੱਤਾ ਜਾਂਦਾ ਹੈ। ਐਂਡ ਵਰਕਰ ਹਨੀਬੀਜ਼ ਦੇ ਨਾਲ ਦੀ ਨਾਲ ਉਹ ਸ਼ਹਿਦ ਦੀਆਂ ਮੱਖੀਆਂ ਜੋ ਕੰਮ ਕਰਦੀਆਂ ਨੇ, ਕਿਉਂਕਿ ਇਹ ਮਰਦ ਵਾਲੀ ਤਾਂ ਬਿਲਕੁਲ ਕੰਮ ਨਹੀਂ ਕਰਦੀ। Queen bee and the drones are only for reproduction, whereas all works are done by worker bees, that is collecting nectar from different flowers, forming wax, making hives, cleaning and protecting the hive from enemies. देखो रानी मक्खी ते ड्रोन ਜਿਹੜੇ ਮੇਲ ਮੱਖੀ ਹੁੰਦੀ ਹੈ ਉਹ ਸਿਰਫ ਬੱਚੇ ਪੈਦਾ ਕਰਨ ਦਾ ਕੰਮ ਕਰਦੀ ਹੈ, ਹੋਰ ਕੋਈ ਕੰਮ ਨਹੀਂ ਕਰਦੀ ਤੇ ਬਾਕੀ ਦਾ ਸਾਰਾ ਕੰਮ ਜਿਹੜਾ ਹੈਗਾ ਉਹ ਦੂਜੀਆਂ ਮਧੂਮੱਖੀਆਂ ਕਰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਵਰਕਰ ਹਨੀ ਬੀਜ਼ ਕਹੀਦਾ। ਕਿਹੜੇ ਕਿਹੜੇ ਕੰਮ ਕਰਦੀਆਂ ਨੇ? ਜਿਵੇਂ ਵੱਖ-ਵੱਖ ਫੁੱਲਾਂ ਤੋਂ ਨੈਕਟਰ ਜਾਂ ਅੰਮ੍ਰਿਤ ਮਿਠਾਸ ਇਕੱਠਾ ਕਰਨਾ ਤੇ ਨਾਲ ਦੀ ਨਾਲ ਛੱਤੇ ਬਣਾਉਣਾ, ਸਫਾਈ ਕਰਨਾ, ਛੱਤੇ ਨੂੰ ਦੁਸ਼ਮਣਾਂ ਤੋਂ ਬਚਾਉਣਾ। The works allotted to the worker bees keep on changing according to their age, but no worker bee shirks its work. जो भी काम ਦਿੱਤਾ ਜਾਂਦਾ ਹੈ ਵਰਕਰ ਬੀ ਨੂੰ, ਉਹ ਕੰਮ ਪੂਰਾ ਹੀ ਕਰਦੇ ਨੇ, ਕਦੀ ਵੀ ਬਹਾਨੇ ਨਹੀਂ ਮਾਰਦੇ ਤੇ ਇਹ ਜਿਹੜੇ ਕੰਮ ਦਿੱਤੇ ਜਾਂਦੇ ਨੇ ਇਹ ਉਹਨਾਂ ਦੀ ਉਮਰ ਅਨੁਸਾਰ ਦਿੱਤੇ ਜਾਂਦੇ ਨੇ ਤੇ ਉਮਰ ਅਨੁਸਾਰ ਇਹ ਕੰਮ ਬਦਲਦੇ ਰਹਿੰਦੇ ਨੇ। ਅੱਗੇ ਕਰਦੇ ਹਾਂ ਗੱਲ। A bee sacrifices its life to protect the hive. ਛੱਤੇ ਨੂੰ ਬਚਾਉਣ ਦੇ ਲਈ ਮੱਖੀਆਂ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੀਆਂ ਨੇ। Human beings can get inspiration from honeybees to work together. ਤੇ ਮਨੁੱਖ ਵੀ ਮਿਲ ਕੇ ਕੰਮ ਕਰਨ ਦੀ ਜਿਹੜੀ ਵਧੀਆ ਆਦਤ ਹੈ ਉਹ ਇਹਨਾਂ ਮੱਖੀਆਂ ਤੋਂ ਸਿੱਖ ਸਕਦੇ ਨੇ, ਕਿਵੇਂ ਇਕੱਠੇ ਰਲ ਕੇ ਕੰਮ ਕਰੀਦਾ। ਆ ਦੇਖੋ ਬੀ ਹਾਈਵ ਬਣਾਇਆ ਹੋਇਆ ਛੱਤਾ ਜਿੱਥੇ ਮਧੂਮੱਖੀਆਂ ਰਹਿੰਦੀਆਂ ਨੇ। When there was flood, ਜਦੋਂ ਹੜ ਆਇਆ, ਫਲੱਡ ਤੋਂ ਭਾਵ ਹੈ ਹੜ। My sister's village is situated on the bank of a river. ਮੇਰੀ ਭੈਣ ਦਾ ਪਿੰਡ ਦਰਿਆ ਦੇ ਕੰਢੇ ਵਸਿਆ ਹੋਇਆ ਜਾਂ ਕਿਨਾਰੇ ਹੈ। During normal days, the river water takes its course in a narrow passage and people grow crops in the surrounding areas. But in the monsoon season, river overflows. देखो, जो दरिया है वो इन्ने एरिया दे विचों ही जाती है जब ज्यादा बारिश ना होए, इस करके लोग ਇਹਦੇ ਆਸੇ-ਪਾਸੇ ਖੇਤੀ ਕਰ ਲੈਂਦੇ ਨੇ। ਪਰ ਜਦੋਂ ਮੌਨਸੂਨ ਹੁੰਦਾ ਹੈ, ਬਾਰਿਸ਼ਾਂ ਹੁੰਦੀਆਂ ਨੇ, ਉਸ ਟਾਈਮ ਤੇ ਇਹ ਜਿਹੜਾ ਪਾਣੀ ਹੈ ਇਹ ਇਧਰੋਂ ਛੱਡ ਕੇ ਇੱਧਰ ਨੂੰ ਆ ਜਾਂਦਾ ਹੈ ਤੇ ਸਾਰੀ ਚੀਜ਼ ਤਬਾਹ ਕਰ ਦਿੰਦਾ ਹੈ। ਮੈਂ ਦੁਬਾਰਾ ਸਮਝਾ ਦਿੰਦੀ ਹਾਂ। ਆਮ ਦਿਨਾਂ ਦੇ ਵਿੱਚ ਨਦੀ ਦਾ ਪਾਣੀ ਇੱਕ ਤੰਗ ਜੇ ਰਸਤੇ ਵਿੱਚ ਹੀ ਆਪਣਾ ਰਸਤਾ ਬਣਾ ਲੈਂਦਾ ਹੈ ਤੇ ਲੋਕ ਆਲੇ ਦੁਆਲੇ ਖੇਤੀ ਦੇ ਲਈ ਫਸਲਾਂ ਉਗਾ ਦਿੰਦੇ ਨੇ। ਪਰ ਮੌਨਸੂਨ ਦੇ ਸਮੇਂ ਨਦੀ ਜੋ ਹੈ ਉਹ ਭਰ ਜਾਂਦੀ ਹੈ ਪਾਣੀ ਦੇ ਨਾਲ ਤੇ ਕਦੇ-ਕਦੇ ਪਾਣੀ ਬਾਹਰ ਵੀ ਆ ਜਾਂਦਾ ਹੈ। This year, due to heavy rainfall, the water level suddenly increased and river overflowed. ਤੇ ਇਸ ਸਾਲ ਭਾਰੀ ਮੀਂਹ ਕਾਰਨ ਪਾਣੀ ਦਾ ਜਿਹੜਾ ਲੈਵਲ ਹੈ, ਪੱਧਰ ਹੈ, ਅਚਾਨਕ ਵੱਧ ਗਿਆ ਅਤੇ ਨਦੀ ਬਾਹਰਲੀ ਸਾਈਡ ਨੂੰ ਪਾਣੀ ਛੱਡਣ ਲੱਗ ਪਈ। The water entered the houses and fields and destroyed the crops. ਤੇ ਪਾਣੀ ਘਰਾਂ ਅਤੇ ਖੇਤਾਂ ਵਿੱਚ ਦਾਖਲ ਹੋ ਗਿਆ ਤੇ ਫਸਲਾਂ ਉਹਨੇ ਤਬਾਹ ਕਰ ਦਿੱਤੀਆਂ। When water level came down, we went to inquire. ਤੇ ਜਦੋਂ ਪਾਣੀ ਦਾ ਪੱਧਰ ਹੇਠਾਂ ਆਇਆ ਅਸੀਂ ਪੁੱਛਣ ਦੇ ਲਈ ਗਏ।
ਆਪਣੀ ਭੈਣ ਨੂੰ। My sister narrated the flood situation as follows, ਤੇ ਮੇਰੀ ਭੈਣ ਨੇ ਹੜ੍ਹ ਦੀ ਸਥਿਤੀ ਨੂੰ ਇੰਜ ਸਾਨੂੰ ਦਰਸਾਇਆ। It was raining continuously for 2 days. 2 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ। The rainwater started flowing towards low-lying areas and then collected into the lanes. ਮੀਂਹ ਦਾ ਪਾਣੀ low-lying ਦਾ ਮਤਲਬ ਨੀਵੇਂ ਇਲਾਕਿਆਂ ਵੱਲ ਵਹਿਣਾ ਸ਼ੁਰੂ ਹੋ ਗਿਆ ਤੇ ਫਿਰ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ। Fields were full of water. ਤੇ ਖੇਤ ਵੀ ਪਾਣੀ ਦੇ ਨਾਲ ਭਰੇ ਹੋਏ ਸਨ। We tried hard that the water should not enter the houses, but in the evening we saw the river water flowing rapidly towards our houses. ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਪਾਣੀ ਘਰਾਂ ਵਿੱਚ ਨਾ ਵੜ ਜਾਵੇ, ਪਰ ਸ਼ਾਮ ਨੂੰ ਅਸੀਂ ਦੇਖਿਆ ਕਿ ਦਰਿਆ ਦਾ ਪਾਣੀ ਤੇਜ਼ੀ ਨਾਲ ਸਾਡੇ ਘਰਾਂ ਵੱਲ ਵਹਿ ਰਿਹਾ। In a short time, whole of the village immersed in 5 feet deep water. ਤੇ ਕੁਝ ਹੀ ਸਮੇਂ ਦੇ ਵਿੱਚ ਪੂਰਾ ਪਿੰਡ 5 ਫੁੱਟ ਡੂੰਘੇ ਪਾਣੀ ਵਿੱਚ ਡੁੱਬ ਗਿਆ। Weak and old houses fell down. ਕਮਜ਼ੋਰ ਤੇ ਪੁਰਾਣੇ ਘਰ ਡਿੱਗ ਗਏ। Our house was a pakka house, so it didn't collapse, and we all went to the roof. ਸਾਡਾ ਘਰ ਪੱਕਾ ਘਰ ਸੀ, ਇਸ ਕਰਕੇ ਉਹ ਡਿੱਗਿਆ ਨਹੀਂ ਤੇ ਅਸੀਂ ਸਾਰੇ ਛੱਤ ਤੇ ਚਲੇ ਗਏ। Our neighbor Ramu's roof fell down and we took his family also under our roof. ਸਾਡੇ ਗੁਆਂਢੀ ਰਾਮੂ ਦੀ ਛੱਤ ਵੀ ਡਿੱਗ ਗਈ ਤੇ ਅਸੀਂ ਉਸਦੇ ਸਾਰੇ ਪਰਿਵਾਰ ਨੂੰ ਆਪਣੀ ਛੱਤ ਤੇ ਹੀ ਲੈ ਲਿਆ। People from the pakka houses or having houses at a high places, or those who had 2 floors in their houses, helped and sheltered the poor families. ਪੱਕੇ ਘਰਾਂ ਦੇ ਲੋਕ ਜਾਂ ਫਿਰ ਜਿਨ੍ਹਾਂ ਦੇ ਘਰ ਉੱਚੀ ਥਾਵਾਂ ਤੇ ਸੀ ਜਾਂ ਫਿਰ ਜਿਨ੍ਹਾਂ ਦੇ ਘਰਾਂ ਦੀ 2 ਮੰਜ਼ਿਲਾਂ ਜਾਂ ਜ਼ਿਆਦਾ ਮੰਜ਼ਿਲਾਂ ਸੀਗੀਆਂ, ਉਹਨਾਂ ਨੇ ਗਰੀਬ ਪਰਿਵਾਰਾਂ ਦੀ ਮਦਦ ਕੀਤੀ। Though our lives were safe, but we had nothing to eat. ਭਾਵੇਂ ਸਾਡੀ ਜਾਨਾਂ ਸੁਰੱਖਿਅਤ ਸਨ, ਪਰ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ ਖਾਣ ਦੇ ਲਈ। Water entered in the rooms and everything was immersed in water and hence destroyed. ਪਾਣੀ ਜੋ ਸੀ ਉਹ ਕਮਰਿਆਂ ਤੱਕ ਦਾਖਲ ਹੋ ਗਿਆ ਸੀ ਤੇ ਹਰ ਚੀਜ਼ ਪਾਣੀ ਵਿੱਚ ਡੁੱਬ ਗਈ ਸੀ ਤੇ ਤਬਾਹ ਹੋ ਗਈ ਸੀ, ਖਤਮ ਹੋ ਗਈ ਸੀ। ਗਿੱਲੀ ਹੋ ਗਈ ਨਾ, ਫਿਰ ਤਾਂ ਕਿਸੇ ਕੰਮ ਨਹੀਂ ਆਉਂਦੀ। We had no water to drink. ਤੇ ਸਾਡੇ ਕੋਲ ਪੀਣ ਲਈ ਵੀ ਪਾਣੀ ਨਹੀਂ ਸੀ, ਸਾਫ਼ ਪਾਣੀ ਤਾਂ ਹੈ ਹੀ ਨਹੀਂ ਸੀ। Though there was water all around, but the dirty water could not be used for drinking. ਹਾਲਾਂਕਿ ਆਲੇ ਦੁਆਲੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ, ਪਰ ਇੱਕ ਗੰਦਾ ਪਾਣੀ ਸੀ ਜੋ ਪੀਣ ਲਈ ਨਹੀਂ ਵਰਤਿਆ ਜਾ ਸਕਦਾ ਸੀ। ਆ ਦੇਖੋ, ਸੀਨ ਆਫ ਫਲੱਡ, ਹੜ੍ਹ ਦਾ ਇੱਕ ਦ੍ਰਿਸ਼। ਕਿੰਨਾ ਡੂੰਘਾ ਪਾਣੀ ਹੈ, ਗੰਦਾ ਹੋ ਗਿਆ ਤੇ ਲੋਕ ਇੱਕ ਥਾਂ ਤੋਂ ਦੂਜੇ ਥਾਂ ਆਪਣੀ ਜਾਨ ਬਚਾ ਕੇ ਜਾ ਰਹੇ ਨੇ। For 2 nights and 1 whole day we survived without food and water. But next day, when the rain stopped and the water receded to ਭਾਵ ਹੈ ਪਿੱਛੇ ਗਿਆ, people from the town and neighboring villages came with eatables. 2 ਰਾਤਾਂ ਤੇ ਇੱਕ ਪੂਰਾ ਦਿਨ ਅਸੀਂ ਬਿਨਾਂ ਖਾਣੇ ਦੇ, ਪਾਣੀ ਦੇ ਗੁਜ਼ਾਰਾ ਕੀਤਾ, ਪਰ ਅਗਲੇ ਦਿਨ ਜਦੋਂ ਮੀਂਹ ਬੰਦ ਹੋ ਗਿਆ ਤੇ ਪਾਣੀ ਘਟ ਗਿਆ ਤਾਂ ਸ਼ਹਿਰ ਤੋਂ ਤੇ ਆਸ-ਪਾਸ ਦੇ ਪਿੰਡਾਂ ਤੋਂ ਲੋਕ ਖਾਣ ਪੀਣ ਦਾ ਸਮਾਨ ਲੈ ਕੇ ਆ ਗਏ ਸਨ। They distributed eatables to the people sitting on roof and other higher level. ਤੇ ਉਹਨਾਂ ਨੇ ਛੱਤਾਂ ਤੇ ਹੋਰ ਉੱਚੇ ਪੱਧਰ ਤੇ ਬੈਠੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ। Besides eatables, they brought clothes and medicines also, because a lot of people fell ill under these conditions. ਤੇ ਖਾਣ ਪੀਣ ਦੀਆਂ ਵਸਤਾਂ ਦੇ ਇਲਾਵਾ, ਚੀਜ਼ਾਂ ਦੇ ਇਲਾਵਾ ਉਹ ਕੱਪੜੇ ਤੇ ਦਵਾਈਆਂ ਵੀ ਲੈ ਕੇ ਆਏ, ਕਿਉਂਕਿ ਇਹਨਾਂ ਹਾਲਾਤਾਂ ਵਿੱਚ ਬਹੁਤ ਲੋਕ ਬਿਮਾਰ ਹੋ ਗਏ ਸਨ। Among the people coming
for our help were youngsters, students, social workers, and many common people. ਸਾਡੀ ਮਦਦ ਲਈ ਉਹ ਲੋਕ ਆਏ ਜਿਵੇਂ ਕਿ ਜਿਨ੍ਹਾਂ ਵਿੱਚ ਸ਼ਾਮਲ ਸਨ ਨੌਜਵਾਨ, ਵਿਦਿਆਰਥੀ, ਸਮਾਜ ਸੇਵਕ ਤੇ ਬਹੁਤ ਸਾਰੇ ਆਮ ਲੋਕ ਵੀ. We did not know those people, nor did they know us, but still they came for our help. ਅਸੀਂ ਉਹਨਾਂ ਲੋਕਾਂ ਨੂੰ ਨਹੀਂ ਜਾਣਦੇ ਸੀ ਅਤੇ ਨਾ ਹੀ ਉਹ ਸਾਨੂੰ ਜਾਣਦੇ ਸਨ, ਪਰ ਫਿਰ ਵੀ ਉਹ ਸਾਡੀ ਮਦਦ ਦੇ ਲਈ ਆਏ. We realize that people who help others in hard times are good people. ਤੇ ਸਾਨੂੰ ਮਹਿਸੂਸ ਹੋਇਆ ਕਿ ਜਿਹੜੇ ਲੋਕ ਔਖੇ ਸਮੇਂ ਦੇ ਵਿੱਚ ਦੂਜਿਆਂ ਦੀ ਮਦਦ ਕਰਦੇ ਨੇ ਉਹ ਚੰਗੇ ਲੋਕ ਹੁੰਦੇ ਨੇ. We thank them from the core of our heart. ਅਸੀਂ ਉਹਨਾਂ ਨੂੰ ਦਿਲੋਂ ਧੰਨਵਾਦ ਕੀਤਾ. When the water receded from our houses, we started cleaning the houses. But the people whose houses collapsed are in a great trouble. ਜਦੋਂ ਸਾਡੇ ਘਰਾਂ ਚੋਂ ਪਾਣੀ ਘਟ ਗਿਆ ਤਾਂ ਅਸੀਂ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ. ਪਰ ਜਿਨ੍ਹਾਂ ਲੋਕਾਂ ਦਾ ਮਕਾਨ ਡਿੱਗ ਗਿਆ, ਢਹਿ ਗਿਆ, ਉਹ ਅਜੇ ਵੀ ਪਰੇਸ਼ਾਨ ਨੇ. Government has made provision by putting up a tent at a higher place. ਸਰਕਾਰ ਨੇ ਉੱਚੀ ਥਾਂ ਤੇ ਟੈਂਟ ਲਗਾ ਕੇ ਕੁਝ ਪ੍ਰਬੰਧ ਕੀਤੇ ਨੇ, ਕੁਝ ਸਹੂਲਤਾਂ ਦਿੱਤੀਆਂ ਨੇ. Families like Ramu's family are staying in those tents, but it cannot be compared to a house. ਰਾਮੂ ਦੇ ਪਰਿਵਾਰ ਵਰਗੇ ਕਈ ਹੋਰ ਪਰਿਵਾਰ ਉੱਥੇ ਤੰਬੂਆਂ ਦੇ ਵਿੱਚ, ਟੈਂਟਾਂ ਦੇ ਵਿੱਚ ਰਹਿ ਰਹੇ ਨੇ, ਪਰ ਇਸ ਦੀ ਤੁਲਨਾ ਤੁਸੀਂ ਘਰ ਵਿੱਚ ਰਹਿੰਦੇ ਲੋਕਾਂ ਦੇ ਨਾਲ ਨਹੀਂ ਕਰ ਸਕਦੇ. ਟੈਂਟ ਵਿੱਚ ਰਹਿਣਾ ਇੱਕ ਅਲੱਗ ਅਹਿਸਾਸ ਹੈ ਤੇ ਆਪਣੇ ਘਰ ਵਿੱਚ ਹੋਣਾ ਵੱਖਰਾ ਅਹਿਸਾਸ. They do not have any comforts as they have in their own house. ਉਹਨਾਂ ਕੋਲ ਆਪਣੇ ਘਰ ਜਿੰਨੀਆਂ ਸੁੱਖ ਸਹੂਲਤਾਂ ਨਹੀਂ ਹਨ. Moreover, Ramu is worried. How would he resettle the house? ਤੇ ਇਸ ਤੋਂ ਇਲਾਵਾ ਰਾਮੂ ਨੂੰ ਚਿੰਤਾ ਵੀ ਹੈ ਵੀ ਉਹ ਆਪਣਾ ਘਰ ਕਿਵੇਂ ਵਸਾਏਗਾ ਦੁਬਾਰਾ. He is crying as he had made the small house with much difficulty. ਉਹ ਰੋ ਰਿਹਾ ਹੈ ਕਿਉਂਕਿ ਉਸਨੇ ਛੋਟਾ ਜਿਹਾ ਘਰ ਵੀ ਬੜੀ ਮੁਸ਼ਕਲ ਤੇ ਮੁਸੀਬਤਾਂ ਨਾਲ ਬਣਾਇਆ ਸੀ. How would he arrange money to resettle? ਤੇ ਉਹ ਮੁੜ ਵਸਣ ਲਈ ਪੈਸੇ ਦਾ ਪ੍ਰਬੰਧ ਕਿਵੇਂ ਕਰੇਗਾ. ਆ ਦੇਖੋ, destruction with floods. ਹੜ੍ਹਾਂ ਨਾਲ ਕਿੰਨੀ ਤਬਾਹੀ ਹੁੰਦੀ ਹੈ. ਲੋਕਾਂ ਨੂੰ ਛੱਤਾਂ ਤੇ ਰਹਿਣਾ ਪੈਂਦਾ ਹੈ. Some old houses are still falling down. ਕੁਝ ਪੁਰਾਣੇ ਘਰ ਅਜੇ ਵੀ ਡਿੱਗ ਰਹੇ ਨੇ. ਗੁਰਜੰਤ ਸਿੰਘ's house is in the next lane. ਗੁਰਜੰਤ ਸਿੰਘ ਦਾ ਘਰ ਅਗਲੀ ਗਲੀ ਵਿੱਚ ਹੈ. Yesterday, when his wife went to get something from the back side of the house where the animals are kept, a wall fell on her and she got seriously injured. ਬੀਤੇ ਦਿਨ ਜਦੋਂ ਉਹਨਾਂ ਦੀ ਪਤਨੀ ਘਰ ਦੇ ਪਿਛਲੇ ਪਾਸੇ, ਪਿਛਲੇ ਹਿੱਸੇ ਜਿੱਥੇ ਪਸ਼ੂ ਰੱਖੇ ਹੋਏ ਨੇ, ਉੱਥੋਂ ਕੋਈ ਚੀਜ਼ ਲੈਣ ਦੇ ਲਈ ਗਈ ਤਾਂ ਉਹਨਾਂ ਤੇ ਉੱਪਰ ਇੱਕ ਕੰਧ ਡਿੱਗ ਗਈ ਤੇ ਉਹ ਗੰਭੀਰ ਤਰੀਕੇ ਦੇ ਨਾਲ ਜ਼ਖਮੀ ਹੋ ਗਏ. Thank God, water has receded from the road leading to the village and ambulance could reach. ਭਗਵਾਨ ਦਾ ਲੱਖ ਲੱਖ ਸ਼ੁਕਰ ਹੈ, ਪਿੰਡ ਨੂੰ ਜਾਣ ਵਾਲੀ ਸੜਕ ਤੋਂ ਪਾਣੀ ਘਟ ਗਿਆ ਤੇ ਐਂਬੂਲੈਂਸ ਪਹੁੰਚ ਸਕਦੀ ਸੀ. We picked her up and put her in the ambulance and took her to the hospital in the town. ਤੇ ਅਸੀਂ ਉਹਨਾਂ ਨੂੰ ਚੱਕਿਆ ਤੇ ਉਸ ਤੋਂ ਬਾਅਦ ਚੁੱਕ ਕੇ ਐਂਬੂਲੈਂਸ ਦੇ ਵਿੱਚ ਪਾਇਆ ਤਾਂ ਜੋ ਸ਼ਹਿਰ ਦੇ ਹਸਪਤਾਲ ਜਾ ਸਕਣ. She is admitted there. ਹੁਣ ਉਹ ਉੱਥੇ ਦਾਖਲ ਹਨ. Her life is saved as she was taken to the hospital on time, but her leg is fractured, due to which she will have to stay in the hospital for a few days. ਉਹਨਾਂ ਦੀ ਜਾਨ ਤਾਂ ਬਚ ਗਈ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਗਿਆ,
ਪਰ ਉਹਨਾਂ ਦੀ ਲੱਤ ਜੋ ਟੁੱਟ ਗਈ ਹੈ ਉਹਦੇ ਤੇ ਫ੍ਰੈਕਚਰ ਲੱਗਿਆ ਹੋਇਆ ਹੈ, ਜਿਸ ਕਾਰਨ ਉਹਨਾਂ ਨੂੰ ਕੁਝ ਦਿਨ ਹੋਰ ਹਸਪਤਾਲ ਦੇ ਵਿੱਚ ਰਹਿਣਾ ਪਏਗਾ। On listening to my sister, we realized the problems faced by people. ਤੇ ਭੈਣ ਦੀ ਕਹਾਣੀ ਤੇ ਗੱਲ ਸੁਣ ਕੇ ਸਾਨੂੰ ਉਹਨਾਂ ਮੁਸ਼ਕਲਾਂ ਦਾ ਅਹਿਸਾਸ ਹੋਇਆ ਜੋ ਲੋਕਾਂ ਨੇ ਦੇਖੀਆਂ ਸੀ, ਸਹੀਆਂ ਸੀ। We have so many facilities in our own house. ਸਾਡੇ ਆਪਣੇ ਘਰ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ। House protects us from summer, winter and rain. ਘਰ ਸਾਨੂੰ ਗਰਮੀ ਤੋਂ ਬਚਾਉਂਦਾ ਹੈ, ਸਰਦੀ ਤੇ ਬਾਰਿਸ਼ ਤੋਂ ਵੀ ਸੁਰੱਖਿਅਤ ਰੱਖਦਾ ਹੈ। It gives us security. ਤੇ ਸਾਨੂੰ ਸੁਰੱਖਿਆ ਵੀ ਦਿੰਦਾ ਹੈ। During natural calamities, when the houses fall down, only then we realize that it is very difficult to stay without a house. ਕੁਦਰਤੀ ਆਫਤਾਂ ਵੇਲੇ ਜਦੋਂ ਘਰ ਡਿੱਗਦੇ ਹਨ ਤਾਂ ਹੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਘਰ ਤੋਂ ਬਿਨਾਂ ਰਹਿਣਾ ਕਿੰਨਾ ਔਖਾ ਹੈ। ਅੱਗੇ ਹੈ ਪ੍ਰੋਟੈਕਸ਼ਨ ਆਫ ਹਾਊਸਸ ਐਟ ਟਾਈਮ ਆਫ ਨੈਚੁਰਲ ਕੈਲੈਮਿਟੀ। ਕੁਦਰਤੀ ਆਫਤਾਂ ਦੇ ਸਮੇਂ ਘਰਾਂ ਦੀ ਸੁਰੱਖਿਆ। Natural calamities like earthquake, floods, fire, tsunami and storms are out of our control. ਕੁਦਰਤੀ ਆਫਤਾਂ ਜਿਵੇਂ ਭੂਚਾਲ, ਹੜ੍ਹ, ਅੱਗ ਲੱਗਣਾ, ਸੁਨਾਮੀ, ਤੂਫਾਨ ਅਜਿਹੀਆਂ ਆਫਤਾਂ ਸਾਡੇ ਵੱਸ ਤੋਂ ਤਾਂ ਬਾਹਰ ਨੇ। Lakhs of people become homeless due to such calamities. ਅਜਿਹੀਆਂ ਆਫਤਾਂ ਕਰਕੇ ਲੱਖਾਂ ਲੋਕ ਬੇਘਰ ਹੋ ਜਾਂਦੇ ਨੇ, ਘਰ ਨਹੀਂ ਰਹਿੰਦੇ ਉਹਨਾਂ ਦੇ। Mud houses often fall during rainy season. ਬਰਸਾਤ ਦੇ ਮੌਸਮ ਵਿੱਚ ਅਕਸਰ ਕੱਚੇ ਮਕਾਨ ਡਿੱਗ ਜਾਂਦੇ ਨੇ, ਟਹਿ ਜਾਂਦੇ ਨੇ। The houses which are not strong fall during flood also. ਜਿਹੜੇ ਘਰ ਮਜ਼ਬੂਤ ਨਹੀਂ ਹੁੰਦੇ ਉਹ ਹੜ੍ਹ ਦੌਰਾਨ ਵੀ ਡਿੱਗ ਜਾਂਦੇ ਨੇ ਜਦ ਹੜ੍ਹ ਆਉਂਦਾ ਹੈ। This causes a huge loss to property and lives. ਇਹ ਨਾ ਕੇਵਲ ਜ਼ਿੰਦਗੀ ਦੇ ਉੱਤੇ ਨੁਕਸਾਨ ਕਰਦਾ ਹੈ ਬਲਕਿ ਪ੍ਰਾਪਰਟੀ ਵੀ ਖਤਮ ਹੋ ਜਾਂਦੀ ਹੈ। Therefore, in order to avoid natural calamities, we should pay attention to the following things. ਇਸ ਲਈ ਕੁਦਰਤੀ ਆਫਤਾਂ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵਿੱਚ ਧਿਆਨ ਦੇਣਾ ਚਾਹੀਦਾ ਹੈ। First, we should run out to open spaces from houses, offices and schools at the time of earthquake. ਭੂਚਾਲ ਦੇ ਸਮੇਂ ਸਾਨੂੰ ਘਰਾਂ ਤੋਂ, ਦਫ਼ਤਰਾਂ ਤੋਂ, ਸਕੂਲਾਂ ਤੋਂ ਖੁੱਲੇ ਸਥਾਨਾਂ ਤੇ ਭੱਜ ਜਾਣਾ ਚਾਹੀਦਾ ਹੈ ਜਿੱਥੇ ਖੁੱਲੀ ਏਰੀਆ ਹੋਏ। Second, we should move to uplying areas at the time of floods. ਹੜ੍ਹਾਂ ਦੇ ਸਮੇਂ ਸਾਨੂੰ ਉੱਪਰਲੇ ਇਲਾਕੇ ਵਿੱਚ ਚਲੇ ਜਾਣਾ ਚਾਹੀਦਾ ਹੈ ਜਾਂ ਛੱਤ ਤੇ ਚੜ੍ਹ ਜਾਣਾ ਚਾਹੀਦਾ ਹੈ। Third, fire brigade should be called at the time of fire breakouts. ਅੱਗ ਲੱਗਣ ਦੇ ਸਮੇਂ ਸਾਨੂੰ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਚਾਹੀਦਾ ਹੈ। Fourth, stay inside brick houses at the time of storm. ਤੂਫਾਨ ਦੇ ਸਮੇਂ ਪੱਕੇ ਜਾਂ ਫਿਰ ਇੱਟਾਂ ਦੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। Fifth, sick or wounded ਦਾ ਮਤਲਬ ਜਿਨ੍ਹਾਂ ਨੂੰ ਸੱਟ ਲੱਗੀ ਹੋਏ, people should be admitted to hospitals with the help of ambulance. ਬਿਮਾਰ ਜਾਂ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ। At the time of these natural calamities, social welfare societies and clubs work in collaboration with government to help the people. ਇਹਨਾਂ ਕੁਦਰਤੀ ਆਫਤਾਂ ਸਮੇਂ ਸਮਾਜ ਭਲਾਈ ਜਿਹੜੀ ਸੁਸਾਇਟੀਆਂ ਹੁੰਦੀਆਂ ਨੇ ਜਾਂ ਫਿਰ ਕਲੱਬ ਹੁੰਦੇ ਨੇ ਉੱਥੇ ਦੇ ਲੋਕ ਮਦਦ ਕਰਨ ਦੇ ਲਈ ਆ ਜਾਂਦੇ ਨੇ ਜਾਂ ਫਿਰ ਸਰਕਾਰ ਦੇ ਨਾਲ ਵੀ ਸਹਿਯੋਗ ਕਰਦੇ ਨੇ ਲੋਕਾਂ ਦੀ ਮਦਦ ਕਰਨ ਦੇ ਲਈ। Hospitals distribute medicines to avoid any breakout of epidemics. ਹਸਪਤਾਲ ਮਹਾਮਾਰੀ ਤੋਂ ਬਚਣ ਦੇ ਲਈ ਦਵਾਈਆਂ ਵੀ ਵੰਡਦੇ ਨੇ। We too should help the people caught in different situations like this.
ਤੇ ਸਾਨੂੰ ਵੀ ਅਜਿਹੇ ਔਖੇ ਹਾਲਾਤਾਂ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। For teacher, ਅਧਿਆਪਕ ਲਈ, teachers should discuss with students about other natural calamities, example earthquake, cloudburst or drought. ਅਧਿਆਪਕ ਨੂੰ ਵਿਦਿਆਰਥੀਆਂ ਦੇ ਨਾਲ ਹੋਰ ਕੁਦਰਤੀ ਆਫਤਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਗੱਲਬਾਤ ਕਰਨੀ ਚਾਹੀਦੀ ਹੈ, ਜਿਵੇਂ ਕਿ ਭੂਚਾਲ ਹੋ ਗਿਆ। ਮੈਂ ਹੁਣੇ ਤੁਹਾਨੂੰ ਦੱਸਿਆ ਭੂਚਾਲ ਆਏ ਤਾਂ ਘਰਾਂ ਨੂੰ ਛੱਡ ਕੇ ਖੁੱਲੇ ਮੈਦਾਨ ਵਿੱਚ ਭੱਜ ਜਾਓ। ਕਲਾਉਡ ਬਰਸਟ, ਬੱਦਲ ਦਾ ਫਟਣਾ, ਸਾਨੂੰ ਬਾਹਰ ਨਹੀਂ ਰਹਿਣਾ ਚਾਹੀਦਾ। ਔਰ ਡਰੌਟ, ਜਿਹਦਾ ਮਤਲਬ ਹੈ ਸੁੱਕਾ ਪੈ ਜਾਣਾ। एक्टिविटी ਦਿੱਤੀ ਹੋਈ है, ask your parents if they have faced any natural disaster and then who helped them. ਆਪਣੇ ਮਾਪਿਆਂ ਨੂੰ ਪੁੱਛੋ ਕਿ ਉਹਨਾਂ ਨੇ ਕਿਸੇ ਕੁਦਰਤੀ ਆਫਤ ਦਾ ਸਾਹਮਣਾ ਕੀਤਾ ਹੈ। ਜੇ ਕੀਤਾ ਹੈ ਤਾਂ ਉਹਨਾਂ ਦੀ ਮਦਦ ਕਿਸ ਨੇ ਕੀਤੀ? ਹਾਂਜੀ, ਮੈਂ ਪੁੱਛਿਆ ਸੀ ਤੇ ਉਹਨਾਂ ਨੇ ਇਹ ਜਵਾਬ ਦਿੱਤਾ, My parents have experienced floods. ਮੇਰੇ ਮਾਤਾ ਪਿਤਾ ਨੇ ਹੜ੍ਹਾਂ ਦਾ ਸਾਹਮਣਾ ਕੀਤਾ ਹੈ, ਉਹਨਾਂ ਨੂੰ ਅਨੁਭਵ ਹੈ। In order to protect themselves, they moved to a higher ground and decided to evacuate the place. ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਉੱਚੇ ਮੈਦਾਨ ਵਿੱਚ ਚਲੇ ਗਏ, ਛੱਤ ਤੇ ਚਲੇ ਗਏ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਜਲਦ ਤੋਂ ਜਲਦ ਇਹ ਥਾਂ ਛੱਡ ਦੇਣੀ ਚਾਹੀਦੀ ਹੈ, ਵਰਨਾ ਬਿਮਾਰੀ ਫੈਲ ਸਕਦੀ ਹੈ। Soon, Red Cross officials and government officials came to evacuate the affected people and made them move to a safer place. ਤੇ ਜਲਦ ਹੀ ਰੈੱਡ ਕਰਾਸ ਵਾਲੇ ਅਧਿਕਾਰੀ ਤੇ ਸਰਕਾਰੀ ਅਧਿਕਾਰੀ ਲੋਕਾਂ ਦੀ ਮਦਦ ਕਰਨ ਦੇ ਲਈ ਆ ਗਏ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਉਸ ਏਰੀਆ ਤੋਂ, ਉਸ ਥਾਂ ਤੋਂ, ਤੇ ਇੱਕ ਸੁਰੱਖਿਅਤ ਥਾਂ ਤੇ ਲੈ ਗਏ। Things to remember, ਯਾਦ ਰੱਖਣ ਵਾਲੀਆਂ ਗੱਲਾਂ। A house made in farms out of village is not safe. ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣਿਆ ਕੱਲਾ ਘਰ ਸੁਰੱਖਿਅਤ ਨਹੀਂ ਹੁੰਦਾ। Man is a social being who likes to live in groups. ਮਨੁੱਖ ਇੱਕ ਸਮਾਜਿਕ ਜੀਵ ਹੈ ਜਿਸ ਨੂੰ ਸਮੂਹ ਵਿੱਚ ਰਹਿਣਾ ਪਸੰਦ ਹੈ। There are always some common social places at every village or city. ਹਰ ਪਿੰਡ ਜਾਂ ਸ਼ਹਿਰ ਦੇ ਵਿੱਚ ਹਮੇਸ਼ਾ ਕੁਝ ਸਮਾਜਿਕ ਸਥਾਨ ਹੁੰਦੇ ਨੇ ਜਿੱਥੇ ਲੋਕ ਇਕੱਠੇ ਜਾ ਸਕਦੇ ਨੇ। Some animals also live in herds. ਕੁਝ ਜਾਨਵਰ ਵੀ ਝੁੰਡਾਂ ਵਿੱਚ ਰਹਿੰਦੇ ਨੇ। A house should be capable of facing against all the natural calamities. ਇੱਥੇ facing ਕੱਲਾ ਚੱਲ ਸਕਦਾ ਹੈ। ਇੱਕ ਘਰ ਸਾਰੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਯੋਗ ਹੋਣਾ ਚਾਹੀਦਾ ਹੈ। Fifth question, fill in the blanks, ਖਾਲੀ ਸਥਾਨ ਭਰੋ। ਇੱਥੇ ਕੁਝ words ਦਿੱਤੇ ਹੋਏ ਨੇ, alone, ਕੱਲੇ, heat and cold, ਗਰਮੀ ਤੇ ਠੰਡ, ਕੱਚਾ, ambulance ਤੇ diseases, ਰੋਗ। First, man cannot live dash alone. ਮਨੁੱਖ ਕੱਲਾ ਨਹੀਂ ਰਹਿ ਸਕਦਾ। Second, dash houses can fall during rainy season. ਬਾਰਿਸ਼ਾਂ ਦੇ ਮੌਸਮਾਂ ਦੇ ਵਿੱਚ ਕਿਹੜੇ ਘਰ ਡਿੱਗ ਸਕਦੇ ਨੇ? ਕੱਚਾ ਹਾਊਸਿਸ। Third, dash is used to shift patients to hospital. Ambulance. Ambulance ਦੀ ਵਰਤੋਂ ਕੀਤੀ ਜਾਂਦੀ ਹੈ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਦੇ ਲਈ। Fourth, dash spread after floods. ਹੜ੍ਹਾਂ ਤੋਂ ਬਾਅਦ ਕੀ ਫੈਲਦਾ ਹੈ? Diseases, ਰੋਗ, ਬਿਮਾਰੀਆਂ। Fifth, houses protect us from dash, heat and cold. ਘਰ ਸਾਨੂੰ ਗਰਮੀ ਤੇ ਠੰਡ ਤੋਂ ਬਚਾਉਂਦੇ ਨੇ। Sixth question, tick the right and cross the wrong sentences. ਸਹੀ ਜਾਂ ਗਲਤ ਦਾ ਨਿਸ਼ਾਨ ਲਾਓ। ਪਹਿਲਾ, we do not feel secure in community. ਅਸੀਂ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਗਲਤ। Second, community buildings are constructed for social functions. ਭਾਈਚਾਰਕ ਜਿਹੜੀ ਇਮਾਰਤਾਂ ਬਣਾਈਆਂ ਜਾਂਦੀਆਂ ਨੇ ਉਹ ਸਮਾਜਿਕ ਕਾਰਜਾਂ ਲਈ ਬਣਾਈਆਂ ਜਾਂਦੀਆਂ ਨੇ। ਬਿਲਕੁਲ
Third, neighbors help us when we are in need. ਲੋੜ ਪੈਣ ਤੇ ਗੁਆਂਢੀ ਸਾਡੀ ਮਦਦ ਕਰਦੇ ਨੇ। ਬਿਲਕੁਲ। Fourth, honey bees live in colonies. Honey bees ਛੱਤੇ ਦੇ ਵਿੱਚ ਇਕੱਠੇ ਰਹਿੰਦੀਆਂ ਨੇ। ਬਿਲਕੁਲ। Fifth, house cannot be saved from the natural calamities. ਘਰ ਨੂੰ ਕੁਦਰਤੀ ਆਫਤਾਂ ਤੋਂ ਨਹੀਂ ਬਚਾਇਆ ਜਾ ਸਕਦਾ। ਇਹ ਤਾਂ ਗੱਲ ਸੱਚ ਹੈ। Seventh, what problems are faced by people during floods? ਹੜ੍ਹਾਂ ਦੌਰਾਨ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਕੱਚਾ houses fall down ਜਾਂ ਆਪਾਂ ਲਿਖ ਸਕਦੇ ਹਾਂ get destroyed, ਕੱਚੇ ਘਰ ਡਿੱਗ ਜਾਂਦੇ ਨੇ। There is loss of human life, cattle die and crops get destroyed. ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ, ਪਸ਼ੂ ਮਰਦੇ ਨੇ ਤੇ ਫਸਲਾਂ ਵੀ ਤਬਾਹ ਹੋ ਜਾਂਦੀਆਂ ਨੇ। Health conditions get affected and it gives rise to waterborne diseases. ਸਿਹਤ ਦੀ ਜਿਹੜੀ ਸਥਿਤੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੈ ਤੇ ਇਸ ਨਾਲ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। Because of shortage or scarcity of food and fresh water, many people die. ਭੋਜਨ ਤਾਜ਼ਾ ਨਾ ਹੋਣ ਕਰਕੇ, ਥੋੜਾ ਹੋਣ ਕਰਕੇ, ਪਾਣੀ ਤਾਜ਼ਾ ਨਾ ਹੋਣ ਕਰਕੇ ਜਾਂ ਪਾਣੀ ਜਾਂ ਭੋਜਨ ਦੀ ਘਾਟ ਹੋਣ ਕਰਕੇ ਬਹੁਤ ਸਾਰੇ ਲੋਕ ਖਤਮ ਹੋ ਜਾਂਦੇ ਨੇ, ਮਰ ਜਾਂਦੇ ਨੇ ਤੇ many get injured ਤੇ ਕਈ ਜ਼ਖਮੀ ਵੀ ਹੋ ਜਾਂਦੇ ਨੇ ਕਿਉਂਕਿ ਪਤਾ ਨਹੀਂ ਨਾ ਹੁੰਦਾ ਬੱਚਿਓ ਜਦ ਹੜ੍ਹ ਆਉਂਦਾ ਹੈ ਪਾਣੀ ਦੇ ਵਿੱਚ ਬਹੁਤ ਕੁਝ ਰਲ ਜਾਂਦਾ ਹੈ ਤਾਂ ਸੱਟਾਂ ਵੀ ਲੱਗਦੀਆਂ ਨੇ। Also, community places like schools, hospitals and other important buildings also get destroyed. ਤੇ ਨਾਲ ਦੀ ਨਾਲ ਬਾਕੀ ਇਮਾਰਤਾਂ ਜਿਵੇਂ ਸਕੂਲ ਹੋ ਗਿਆ, ਹਸਪਤਾਲ ਹੋ ਗਏ ਤੇ ਹੋਰ ਜ਼ਰੂਰੀ ਇਮਾਰਤਾਂ ਵੀ ਤਬਾਹ ਹੋ ਜਾਂਦੀਆਂ ਨੇ। 8th question ਹੈ why do man make houses to stay? ਬੱਚੋ ਇੱਥੇ do ਨਹੀਂ ਆਏਗਾ, does ਆਏਗਾ। ਇਨਸਾਨ ਰਹਿਣ ਦੇ ਲਈ ਘਰ ਕਿਉਂ ਬਣਾਉਂਦੇ ਨੇ? Man makes houses to have a safe place to live. ਮਨੁੱਖ ਰਹਿਣ ਲਈ ਇੱਕ ਸੁਰੱਖਿਅਤ ਥਾਂ ਬਣਾਉਣ ਦੇ ਲਈ ਘਰ ਬਣਾਉਂਦੇ ਨੇ। House ensures security and safety to man. ਘਰ ਮਨੁੱਖਾਂ ਦੇ ਲਈ ਤਾਂ ਸੁਰੱਖਿਆ ਦਿੰਦੇ ਨੇ, ਉਹਨਾਂ ਨੂੰ ਸੁਰੱਖਿਅਤ ਰੱਖਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਸੇਫ ਵੀ ਮਹਿਸੂਸ ਕਰਾਉਂਦੇ ਨੇ। ਮਤਲਬ ਘਬਰਾਹਟ ਨਹੀਂ ਹੁੰਦੀ ਆਪਣੇ ਘਰ ਵਿੱਚ ਜਦ ਤੁਸੀਂ ਹੁੰਦੇ ਹੋ, ਤੁਹਾਨੂੰ ਪਤਾ ਹੀ ਹੋਏਗਾ, ਸੁਰੱਖਿਅਤ ਮਹਿਸੂਸ ਕਰਦੇ ਹੋਵੋਗੇ। House protects them from bad weather, rain, storm and other natural disasters. ਤੇ ਘਰ ਜਿਹੜਾ ਹੈਗਾ ਉਹ ਮਨੁੱਖ ਨੂੰ ਕੁਦਰਤੀ ਆਫਤਾਂ ਤੋਂ ਬਚਾਉਂਦਾ ਹੈ ਜਿਵੇਂ ਖਰਾਬ ਮੌਸਮ, ਮੀਂਹ, ਤੂਫਾਨ, ਗਰਮੀ। Man, being a social animal, likes to stay together in houses, in society, towns, villages or cities. ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਇਕੱਠੇ ਰਹਿਣਾ ਪਸੰਦ ਕਰਦਾ ਹੈ, ਬੇਸ਼ੱਕ ਉਹ ਘਰ ਹੋਏ, ਸੁਸਾਇਟੀ ਹੋਏ, ਟਾਊਨ ਹੋਣ, ਸ਼ਹਿਰ ਹੋਏ ਜਾਂ ਪਿੰਡ। ਅਗਲਾ ਹੈ 9th question, which insects live in colonies? ਕਲੋਨੀ ਦੇ ਵਿੱਚ ਕਿਹੜੇ ਕੀੜੇ ਰਹਿੰਦੇ ਹਨ? Ants, termites, honeybees and wasps live in colonies. ਛੋਟੇ ਮੋਟੇ ਜਿਹੜੇ ਕੀੜੇ ਹੁੰਦੇ ਨੇ, ਕੀੜੀਆਂ, ਦੀਮਕ, ਸ਼ਹਿਦ ਦੀਆਂ ਮੱਖੀਆਂ, ਵੈਸਪ, ਇਹ ਸਾਰੀਆਂ ਕਲੋਨੀ ਦੇ ਵਿੱਚ ਰਹਿੰਦੀਆਂ ਨੇ। What is an ambulance? Ambulance ਕੀ ਹੁੰਦਾ ਹੈ? A vehicle similar to a car and that runs on petrol is called an ambulance. ਇੱਕ ਵਾਹਨ ਜੋ ਕਾਰ ਵਰਗਾ ਹੁੰਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਵੈਨ ਵਰਗਾ ਹੁੰਦਾ ਹੈ। ਜੋ ਤੁਸੀਂ ਕਾਰ ਨਹੀਂ ਲਿਖਣਾ ਤਾਂ ਤੁਸੀਂ ਵੈਨ ਵੀ ਲਿਖ ਸਕਦੇ ਹੋ ਤੇ ਉਹ ਪੈਟਰੋਲ ਤੇ ਚੱਲਦਾ ਹੈ, ਉਹਨੂੰ ਐਂਬੂਲੈਂਸ ਕਹੀਦਾ ਹੈ। It is used to carry people for medical reasons to the hospital. ਇਸ ਦੀ ਵਰਤੋਂ ਲੋਕਾਂ ਨੂੰ, ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਦੇ ਲਈ ਕੀਤੀ ਜਾਂਦੀ ਹੈ। It has first aid and basic medical facilities available in it. ਰਸਤੇ ਦੇ ਵਿੱਚ ਜੋ ਵੀ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਪੱਟੀ ਦੀ, ਉਹ ਸਾਰੀਆਂ ਸਹੂਲਤਾਂ ਇਸ ਦੇ ਵਿੱਚ ਹੁੰਦੀਆਂ ਨੇ ਤਾਂ ਜੋ ਇਨਸਾਨ ਨੂੰ ਠੀਕ ਤਰੀਕੇ ਦੇ ਨਾਲ ਸਲਾਮਤ ਹਸਪਤਾਲ ਪਹੁੰਚਾ ਦਿੱਤਾ ਜਾਏ। ਠੀਕ ਹੈ ਬੱਚਿਓ, ਤੇ ਇਹ ਸੀ ਅੱਜ ਦੀ ਕਲਾਸ। I hope you enjoyed it and if you did, share ਜ਼ਰੂਰ ਕਰਿਓ, like ਜ਼ਰੂਰ ਕਰਿਓ
ਤੇ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ, ਬਾਏ ਬਾਏ।